ਚੱਲ ਰਹੀ ਗੁਰਬਾਣੀ ਸ਼ਬਦ ਦੀ ਜੋ ਵਿਚਾਰ ਹੈ, ਜੋ ਗੁਰ ਕਿਰਪਾ ਦੁਆਰਾ ਆਪਾਂ ਸਾਰੇ ਰਲ ਮਿਲ ਕੇ ਕਰਦੇ ਹਾਂ, ਜਿੰਨੀ ਕੁ ਸੋਝੀ ਗੁਰਬਾਣੀ ਬਖਸ਼ਦੀ ਹੈ ਉਨੀ ਕੁ ਵਿਚਾਰ ਰਲ ਮਿਲ ਕੇ ਕੀਤੀ ਜਾਂਦੀ ਹੈ। ਅੱਜ ਦਾ ਜੋ ਸਾਹਿਬ ਦਾ ਫਰਮਾਨ ਹੈ, ਜਿਸ ਦੀ ਵਿਚਾਰ ਆਪਾਂ ਕਰਾਂਗੇ, ਸਾਲਾਹੀ ਸਾਲਾ ਏਤੀ ਸੁਰਤ ਨਾ ਪਾਈਆ, ਨਦੀਆਂ ਅਤੈ ਪਵਹਿ ਸਮੁੰਦ ਨਾ ਜਾਣੀਐ, ਸਮੁੰਦ ਸ਼ਾਹ ਸੁਲਤਾਨ ਗਿਰਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ। ਇਹਨਾਂ ਬਚਨਾਂ ਦੇ ਦੁਆਰਾ ਗੁਰੂ ਨਾਨਕ ਸਾਹਿਬ ਬਾ ਪਰਮੇਸ਼ਰ ਦਾ ਜੋ ਫਰਮਾਨ ਹੈ, ਜੋ ਪਰਮਾਰਥ ਦੇ ਰਸਤੇ ਉੱਪਰ ਚੱਲਣ ਵਾਲਿਆਂ ਵਾਸਤੇ ਅਤੀ ਜ਼ਰੂਰੀ ਹੈ, ਜਿਸ ਦੀ ਸੋਝੀ ਕਰਵਾਉਂਦੇ ਹੈ। ਪਾਤਸ਼ਾਹ ਜੀ ਕਹਿੰਦੇ ਸਿਫਤ ਕਰੋ ਸਲਾਹ, ਪਰ ਸਿਫਤ ਕਰਨੀ ਕਿਸ ਦੀ ਹੈ? ਸ਼ਲਾਘਾ ਕਰਨੀ ਕਿਸ ਦੀ ਹੈ? ਜੋ ਸਿਫਤ ਕਰਨ ਦੇ ਯੋਗ ਹੈ, ਜੋ ਸਿਫਤ ਕਰਨ ਦੇ ਸਮਰੱਥ ਹੈ। ਸੱਚੇ ਦੀ ਸਮਰੱਥਾ ਨੂੰ ਵੇਖ ਕੇ ਉਹਦੀ ਸਿਫਤ ਕਰਨੀ ਜ਼ਰੂਰੀ ਹੈ। ਸੋ ਹੁਕਮ ਪਰਮੇਸ਼ਰ ਦਾ, ਹੁਕਮ ਦੀ ਸਿਫਤ ਕਰਨੀ ਹੈ, ਕਰਤੇ ਦੀ ਸਿਫਤ ਕਰਨੀ ਹੈ। ਪਰ ਕਰਤੇ ਨੇ ਜੋ ਕਿਰਤ ਕੀਤੀ ਹੈ, ਜੋ ਰਚਨਾ ਰਚੀ ਹੈ, ਉਹਦੀ ਸਿਫਤ ਨਹੀਂ ਕਰਨੀ, ਕਰਤੇ ਦੀ ਸਿਫਤ ਕਰਨੀ ਹੈ। ਤੇ ਕਿਰਤ ਦੇ ਵਿੱਚ ਮਨੁੱਖਾ ਤਨ ਵੀ ਆ ਜਾਂਦਾ। ਕਿਸੇ ਵਿਅਕਤੀ ਦੀ ਵੀ ਸਿਫਤ ਨਹੀਂ ਕਰਨੀ। ਮਾਨੁ ਕੀ ਟੇਕ ਬਿਰਥੀ ਸਭ ਜਾਨ, ਦੇਵਨ ਕੋ ਇੱਕ ਹੈ ਭਗਵਾਨ। ਚਾਹੇ ਉਹ ਕੋਈ ਵੀ ਹੋਵੇ, ਭਗਤ ਸਾਹਿਬਾਨ ਜਾਂ ਪਾਤਸ਼ਾਹੀਆਂ, ਕਿਉਂਕਿ ਭਗਤ ਸਾਹਿਬਾਨਾਂ ਤੇ ਵਾ ਪਾਤਸ਼ਾਹੀਆਂ ਨੇ ਤਾਂ ਆਪ ਖੁਦ ਸਿਫਤ ਕੀਤੀ ਤੇ ਉਹਨਾਂ ਨੇ ਆਪਣੀ ਸਿਫਤ ਕਰਨ ਤੋਂ ਮਨਾ ਕੀਤਾ। ਕਿ ਸਿਫਤ ਉਸ ਦੀ ਹੀ ਕਰਨੀ ਹੈ ਜਿਹੜਾ ਪਰਿਪੂਰਨ ਹੁਕਮ ਹੈ। ਜਿਸ ਪਾਤਸ਼ਾਹੀ ਨੇ ਬਾ ਭਗਤ ਸਾਹਿਬ ਨੇ ਉਸ ਹੁਕਮ ਨੂੰ ਬੁੱਝ ਲਿਆ, ਉਸ ਹੁਕਮ ਦੇ ਵਿੱਚੋਂ ਚੱਲੇ, ਉਹ ਹੁਕਮ ਸਿਫਤ ਕਰਨ ਦੇ ਯੋਗ ਹੈ। ਇਸੇ ਕਰਕੇ ਪਾਤਸ਼ਾਹੀਆਂ ਨੇ ਆਖਿਆ ਕਿ ਸਾਡੀ ਵੀ ਸਿਫਤ ਨਹੀਂ ਕਰਨੀ, ਉਸ ਦੀ ਕਰਨੀ ਹੈ ਜਿਸ ਦੀ ਅਸੀਂ ਕਰਦੇ ਹਾਂ। ਤੇ ਜਦੋਂ ਇਸ ਬਚਨ ਨੂੰ ਮੰਨੋਗੇ, ਫਿਰ ਸਾਡੇ ਨਾਲ ਰਲ ਕੇ ਤੁਸੀਂ ਵੀ ਸਿਫਤ ਕਰੋਗੇ। ਉਸੇ ਧੜੇ ਦੇ ਵਿੱਚ ਤੁਸੀਂ ਵੀ ਖੜ ਜਾਓਗੇ, ਉਸੇ ਗਰੁੱਪ ਦੇ ਵਿੱਚ ਤੁਸੀਂ ਸ਼ਾਮਲ ਹੋ ਜਾਵੋਗੇ, ਉਸੇ ਸਭਾ ਦੇ ਵਿੱਚ ਤੁਸੀਂ ਵੀ ਜਾ ਕੇ ਬੈਠ ਜਾਵੋਗੇ, ਜਿੱਥੇ ਸਾਰੇ ਉਸ ਹੁਕਮ ਦੀ ਸਿਫਤ ਕਰਦੇ। ਜੇ ਸਾਡੀ ਸਿਫਤ ਕਰੋਗੇ, ਪਾਤਸ਼ਾਹ ਕਹਿੰਦੇ, ਭਗਤ ਸਾਹਿਬਾਨ ਕਹਿੰਦੇ, ਫਿਰ ਅਸੀਂ ਤੁਹਾਡੇ ਤੋਂ ਵੱਖ ਹੋਵਾਂਗੇ। ਫੇਰ ਖੇਡ ਹੋਰ ਵਰਤੋਗੀ।
ਕਿਉਂਕਿ ਜਦੋਂ ਤੁਹਾਨੂੰ ਫਿਰ ਸੋਝੀ ਆਵੇਗੀ ਫਿਰ ਤੁਸੀਂ ਦੁਖੀ ਹੋਵੋਗੇ, ਫਿਰ ਤੁਹਾਡੇ ਮਨ ਦੇ ਵਿੱਚ ਪੀੜਾ ਹੋਵੇਗੀ ਵੀ ਅਸੀਂ ਇਹ ਕੀ ਕਰਿਆ। ਜਿੱਥੇ ਵੀ ਭਗਤ ਸਾਹਿਬਾਨ ਜਾਂ ਪਾਤਸ਼ਾਹੀਆਂ ਨੇ ਜੋੜਿਆ, ਉੱਥੇ ਜੁੜਨਾ ਹੀ ਸਾਡਾ ਫਰਜ਼ ਹੈ। ਇਸੇ ਕਰਕੇ ਗੁਰਬਾਣੀ 'ਚ ਵਚਨ ਲਿਖਿਆ ਪਾਤਸ਼ਾਹ ਨੇ, ਉਸਤਤ ਨਿੰਦਿਆ ਦੋ ਵਿਵਰਜਤ ਤਜਹਿ ਮਾਨ ਅਭਿਮਾਨਾ। ਹੁਣ ਸਾਡੇ ਇਹ ਗੱਲ ਤਾਂ ਜ਼ਰੂਰ ਪ੍ਰਚਲਿਤ ਕਰ ਦਿੱਤੀ ਵੀ ਨਿੰਦਿਆ ਨਹੀਂ ਕਰਨੀ ਚਾਹੀਦੀ। ਬਿਲਕੁਲ ਸਹੀ ਗੱਲ ਹੈ, ਗੁਰਬਾਣੀ ਕਹਿੰਦੀ ਹੈ ਨਿੰਦਿਆ ਕਿਸੇ ਦੀ ਨਹੀਂ ਕਰਨੀ, ਪਰ ਗੁਰਬਾਣੀ ਉਸਤਤ ਤੋਂ ਵੀ ਰੋਕਦੀ ਹੈ। ਜੇ ਕਿਸੇ ਵਿਅਕਤੀ ਦੀ ਨਿੰਦਿਆ ਕਰਨ ਤੋਂ ਰੋਕਦੀ ਹੈ ਤਾਂ ਕਿਸੇ ਵਿਅਕਤੀ ਦੀ ਸਿਫਤ ਕਰਨ ਤੋਂ ਵੀ ਰੋਕਦੀ ਹੈ। ਤਾਂ ਹੀ ਹੁਣ ਪਾਤਸ਼ਾਹ ਨੇ ਬਚਨ ਲਿਖਿਆ ਨਾ ਵੀ ਉਸਤਤ ਨਿੰਦਿਆ ਦੋ ਵਿਵਰਜਤ, ਦੋਨੇ ਮਨਾ ਨੇ। ਤਜ ਹੈ ਮਾਨ ਅਭਿਮਾਨਾ, ਕਿਉਂਕਿ ਜਦੋਂ ਉਸਤਤ ਕਰਦੇ ਹਾਂ ਅਸੀਂ ਕਿਸੇ ਦੀ ਤਾਂ ਸਾਨੂੰ ਮਾਣ ਹੋ ਜਾਂਦਾ। ਅਸੀਂ ਕਿਸੇ ਦੀ ਉਸਤਤ ਹੀ ਤਾਂ ਕਰਦੇ ਹਾਂ ਕਿ ਕੱਲ ਨੂੰ ਕੋਈ ਸਾਡੀ ਵੀ ਕਰੇ। ਉਹ ਮਾਣ ਹੀ ਅਭਿਮਾਨ 'ਚ ਬਦਲ ਜਾਂਦਾ ਹੈ। ਸੋ ਜੋ ਸੰਸਾਰ ਵਿੱਚ ਆਇਆ ਹੈ ਉਸਨੇ ਕਿਸੇ ਵੱਡੇ ਨੂੰ ਸਲਾਹਿਆ ਹੈ। ਵੱਡੇ ਕੀਆਂ ਵਡਿਆਈਆਂ ਕਿਛ ਕਹਿਣ, ਉਹਦੇ ਬਾਰੇ ਕੁਝ ਨਹੀਂ ਕਿਹਾ ਜਾਂਦਾ, ਬਸ ਉਹਦੀ ਸਿਫਤ ਹੀ ਕੀਤੀ ਜਾਂਦੀ ਹੈ ਵੀ ਉਹ ਹੈ। ਭਗਤਾਂ ਨੇ ਵੀ ਹੁਕਮ ਨੂੰ ਵੱਡਾ ਕਰਕੇ ਸਲਾਹਿਆ, ਤਾਂ ਹੀ ਉਸ ਦੇ ਵਿੱਚ ਸਮਾ ਗਏ। ਸੋ ਅਸੀਂ ਗੱਲ ਆਤਮਾ ਦੇ ਲੈਵਲ ਤੇ ਕਰਨੀ ਹੈ, ਉਸ ਤੋਂ ਥੱਲੇ ਨਹੀਂ। ਸੋ ਆਤਮਿਕ ਪੱਧਰ ਦੇ ਉੱਪਰ ਸਲਾਹਣਯੋਗ ਪਰਮੇਸ਼ਰ ਹੈ, ਹੁਕਮ ਹੈ। ਸਾਰਿਆਂ ਦੀ ਸਿਫਤ ਵਿੱਚੇ ਹੋ ਜਾਂਦੀ ਹੈ। ਜਦੋਂ ਅਸੀਂ ਪਰਮੇਸ਼ਰ ਦੀ ਸਿਫਤ ਕਰਾਂਗੇ ਤਾਂ ਜਿਨ੍ਹਾਂ ਨੇ ਪਰਮੇਸ਼ਰ ਦੇ ਹੁਕਮ ਨੂੰ ਮੰਨਿਆ ਉਹਨਾਂ ਦੇ ਵੀ ਨਾਲ ਹੀ ਹੋਊਗੀ। ਇਕੱਲੇ ਇਕੱਲੇ ਦੀ ਸਿਫਤ ਕਰਨ ਦੀ ਲੋੜ ਨਹੀਂ ਹੈ। ਜਿਵੇਂ ਮਾਲਾ ਦਾ ਇੱਕ ਮਣਕਾ ਫੜਨ ਦੇ ਨਾਲ ਸਾਰੀ ਮਾਲਾ ਹੀ ਫੜੀ ਜਾਂਦੀ ਹੈ ਤੇ ਲੋੜ ਹੀ ਨਹੀਂ ਪੈਂਦੀ ਇਕੱਲੇ ਇਕੱਲੇ ਨੂੰ ਫੜਨ ਦੀ। ਬਸ ਐਸੀ ਹੋਈ ਕੋਈ ਗੱਲ ਹੈ। ਜੇ ਥੋੜਾ ਜਿਹਾ ਧਿਆਨ ਮਾਇਆ ਵਿੱਚ ਰਹਿ ਗਿਆ ਫਿਰ ਉੱਥੇ ਹੀ ਦਾਗ ਪੈ ਜਾਣਾ ਤੇ ਉਹ ਧੋਤੇ ਤੋਂ ਬਿਨਾਂ ਸਰਨਾ ਨਹੀਂ। ਸੋ ਸਾਲਾ ਹੀ ਸਾਲਾ ਇਤੀ ਸੁਰਤ ਨਾ ਪਾਈ। ਪਤਾ ਹੀ ਨਹੀਂ ਲੱਗਿਆ, ਪਾਤਸ਼ਾਹ ਕਹਿੰਦੇ ਵੀ ਇਹ ਸਲਾਹ ਕਰੀ ਲੱਗ ਗਏ ਸੰਸਾਰ ਦੇ ਵਿੱਚ। ਉਹ ਬੁੱਧ ਪ੍ਰਾਪਤ ਹੀ ਨਹੀਂ ਕੀਤੀ ਵੀ ਸਲਾਹ ਕਰਨੀ ਕੀ ਚੀਜ਼ ਦੀ, ਸਿਫਤ ਕਰਨੀ ਕਿਸ ਦੀ। ਸੰਸਾਰ ਦੇ ਅੰਦਰ ਜਿਹਨੇ ਪਰਮੇਸ਼ਰ ਦੀ ਸਿਫਤ ਕੀਤੀ, ਸੰਸਾਰੀ ਲੋਕ ਉਹਦੀ ਉਹ ਸਿਫਤ ਕਰਨ ਲੱਗ ਗਏ, ਉਹਦੀ ਉਹ ਸਿਫਤ ਸਲਾਹ ਦੇ ਵਿੱਚ ਜੀਵਨ ਬਤੀਤ ਕਰਨ ਲੱਗ ਗਏ। ਉਹਨਾਂ ਨੇ ਸੁਰਤ ਦੇ ਵਿੱਚ ਇਹ ਗੱਲ ਵਸਾਈ ਓ ਨਹੀਂ ਵੀ ਇਹ ਤਾਂ ਸਾਨੂੰ ਕਿਸੇ ਦੀ ਸਿਫਤ ਕਰਨਾ ਜੋੜਦੇ ਆ, ਫਿਰ ਸਾਨੂੰ ਉਹਦੇ ਨਾਲ ਜੁੜਨਾ ਚਾਹੀਦਾ। ਨਦੀਆਂ ਅਤੇ ਪਵਹਿ ਸਮੁੰਦ ਨਾ ਜਾਣੀ ਹੈ। ਹੁਣ ਨਦੀਆਂ ਕੀ ਹੈ? ਪਾਤਸ਼ਾਹ ਕਹਿੰਦੇ ਜਲ ਤੇ ਤ੍ਰਿਭਵਨ ਸਾਜਿਆ, ਜਲ ਤੋਂ ਤ੍ਰਿਭਵਨ ਸਾਜਿਆ। ਜਲ ਤੋਂ ਹੀ ਮਨ ਟਿਕਾਉਣ ਦਾ ਗਿਆਨ ਗੁਰ ਮਿਲਦਾ। ਜਲ ਵਾਂਗ ਹੀ ਮਨ ਟਿਕਦਾ ਹੈ ਕਿਸੇ ਬਰਤਨ ਦੇ ਵਿੱਚ, ਕਿਸੇ ਭਾਂਡੇ ਦੇ ਵਿੱਚ। ਜਿਵੇਂ ਉੱਚੀਆਂ ਪਹਾੜੀਆਂ ਤੋਂ ਡਿੱਗਦਾ ਪਾਣੀ ਹੌਲੀ ਹੌਲੀ ਥੱਲੇ ਨੂੰ ਆਉਂਦਾ ਤੇ ਫਿਰ ਇੱਕ ਦਿਨ ਸਮੁੰਦਰ ਵਿੱਚ ਆ ਕੇ ਟਿਕ ਜਾਂਦਾ, ਹੰਕਾਰ ਖਤਮ ਹੋ ਜਾਂਦਾ ਤੇ ਆਪਣੇ ਵਰਗਾ ਹੀ ਉਸ ਨੂੰ ਹੋਰ ਵੀ ਬੇਅੰਤ ਪਾਣੀ ਦਿਸਣ ਲੱਗ ਜਾਂਦਾ। ਨਦੀਆਂ ਵਿਚਲਾ ਪਾਣੀ ਕਿਸੇ ਨੂੰ ਨਹੀਂ ਪੁੱਛਦਾ ਕਿ ਸਮੁੰਦਰ ਕਿੱਥੇ ਹੈ, ਬਸ ਝੁਕਦਾ ਹੀ ਚਲਾ ਜਾਂਦਾ ਤੇ ਜਾ ਕੇ ਮਿਲ ਜਾਂਦਾ। ਫਿਰ ਸਾਗਰ ਵਿੱਚ ਸਾਗਰ ਰੂਪ ਹੋ ਜਾਂਦਾ। ਸੋ ਇਸੇ ਤਰ੍ਹਾਂ ਹੀ ਗੁਰਬਾਣੀ ਸਮਝ ਸਮਝ ਕੇ ਮਨ ਨੀਵਾਂ ਹੁੰਦਾ ਚਲਾ ਜਾਂਦਾ ਹੈ।
ਇੰਨਾ ਮਨ ਨੀਵਾਂ ਹੋ ਜਾਂਦਾ ਹੈ ਕਿ ਆਪਣੇ ਮੂਲ ਦੇ ਵਿੱਚ ਸਮਾ ਜਾਂਦਾ ਹੈ, ਉਸੇ ਦਾ ਹੀ ਰੂਪ ਧਾਰਨ ਕਰ ਜਾਂਦਾ ਹੈ। ਨਦੀਆਂ ਅਤੇ ਪਵਹਿ ਸਮੁੰਦਰ ਨਾ ਜਾਣੀ। ਪਰ ਜੇ ਕੱਲੀਆਂ ਹੀ ਨਦੀਆਂ ਨੇ, ਸਮੁੰਦਰ 'ਚ ਜਾ ਕੇ ਸਮਾਉਂਦਾ ਹੀ ਨਹੀਂ ਪਾਣੀ, ਫਿਰ ਉਹ ਸਮੁੰਦਰ ਨਹੀਂ ਕਹਾ ਸਕਦਾ। ਜੇ ਨਦੀਆਂ ਵਿੱਚ ਚੱਲਣ ਵਾਲਾ ਪਾਣੀ ਸਮੁੰਦਰ ਦੇ ਵਿੱਚ ਜਾ ਕੇ ਪੈ ਜਾਵੇ, ਫਿਰ ਉਹ ਸਮੁੰਦਰ ਰੂਪ ਹੋ ਸਕਦਾ ਹੈ। ਇਸੇ ਕਰਕੇ ਜਿਹੜਾ ਮਨੁੱਖਾ ਤਨ ਹੈ ਮੇਰੇ ਮਨ ਤੈਨੂੰ ਮਿਲਿਆ, ਜੇ ਤੂੰ ਇਹਦੇ ਅੰਦਰ ਰਹਿੰਦਾ ਰਹਿੰਦਾ ਆਪਣੇ ਮੂਲ ਨਾਲ ਜੁੜ ਜਾਵੇਂ, ਫਿਰ ਤਾਂ ਜੀਵਨ ਸਫਲ ਹੈ। ਜੇ ਤੂੰ ਆਪਣੇ ਮੂਲ ਨਾਲ ਹੀ ਨਾ ਜੁੜਿਆ, ਫਿਰ ਜੀਵਨ ਸਫਲ ਨਹੀਂ ਹੈ। ਭਾਵੇਂ ਅੰਸ਼ ਉਸੇ ਦੀਆਂ ਹੋਈਆਂ, ਪਰ ਵੱਖ ਹੈ। ਭਾਵੇਂ ਪਾਣੀ ਨਦੀ ਦੇ ਵਿੱਚ ਜਿਹੜਾ ਚੱਲਦਾ ਉਹ ਵੀ ਪਾਣੀ ਹੋਈ ਆ, ਸਮੁੰਦਰ ਵਾਲਾ ਪਾਣੀ ਵੀ ਪਾਣੀ ਹੋਈ ਹੈ, ਪਰ ਦੋਨੇ ਵੱਖਰੇ ਆ। ਉਹਨੂੰ ਸਮੁੰਦਰ ਦਾ ਪਾਣੀ ਕਹਿ ਦਿੰਦੇ ਆ, ਉਹਨੂੰ ਨਦੀ ਦਾ ਪਾਣੀ ਕਹਿ ਦਿੰਦੇ ਆ, ਉਹਨੂੰ ਦਰਿਆ ਦਾ ਪਾਣੀ ਕਹਿ ਦਿੰਦੇ ਆ। ਇਹ ਵੀ ਫਰਕ ਨਾਲ ਚੱਲਦਾ ਹੈ। ਇਹ ਮੇਰੇ ਮਨਾ ਇਸ ਗੱਲ ਨੂੰ ਸਮਝ ਕੇ ਚੱਲੀ। ਸਮੁੰਦ ਸਾਹ ਸੁਲਤਾਨ, ਗਿਰਰਾ ਸੇਤੀ ਮਾਲ ਧਨ, ਕੀੜੀ ਤੁਲ ਨਾ ਹੋਵਨੀ, ਜੇ ਤਿਸ ਮਨੋ ਨਾ ਵਿਸਰੇ। ਸਮੁੰਦ ਸ਼ਾਹ, ਸਮੁੰਦਰ ਬਹੁਤ ਵੱਡਾ ਹੈ, ਧਰਤੀ ਛੋਟੀ ਹੈ, ਵੰਡੀ ਹੋਈ ਹੈ ਕਈ ਹਿੱਸਿਆਂ ਦੇ ਵਿੱਚ। ਧਰਤੀ ਦਾ ਰਾਜਾ ਹੋਣਾ ਸੌਖਾ ਹੈ, ਸਮੁੰਦਰ ਦਾ ਰਾਜਾ ਹੋਣਾ ਬਹੁਤ ਔਖਾ ਹੈ। ਦੇਸ਼ਾਂ ਦੀ ਸਮੁੰਦਰ ਵਿੱਚ ਵੀ ਸੀਮਾ ਬਹੁਤ ਵੱਡੀ ਨਹੀਂ ਹੁੰਦੀ। ਜੇ ਸੁੰਦਰ ਸਮੁੰਦਰ ਤੇ ਰਾਜ ਕਰ ਲਵੇ ਤਾਂ ਸਮਝ ਲਓ ਸਾਰੀ ਧਰਤੀ ਤੇ ਰਾਜ ਕਾਇਮ ਹੈ। ਸਾਰੀ ਧਰਤੀ ਸਮੁੰਦਰ ਵਿੱਚ ਹੀ ਆ ਜਾਂਦੀ ਹੈ। ਸਾਰਾ ਮਾਲ ਧਨ ਕੁਦਰਤੀ ਸੋਮੇ ਉਹੀ ਮਾਲਕ ਹੋਵੇਗਾ। ਸ਼ਾਹ ਸੁਲਤਾਨ ਤਾਂ ਕਿ, ਪਰ ਉਹ ਰਾਜਾ ਨਿੱਕੀ ਜਿਹੀ ਕੀੜੀ ਦੇ ਸਮਾਨ ਵੀ ਨਹੀਂ, ਜੇ ਕੀੜੀ ਨੂੰ ਪਰਮੇਸ਼ਰ ਦਾ ਹਮੇਸ਼ਾ ਧਿਆਨ ਬਣਿਆ ਰਹੇ। ਕਿਉਂਕਿ ਰਾਜੇ ਨੇ ਤਾਂ ਮਰ ਹੀ ਜਾਣਾ, ਹੰਕਾਰ ਹੀ ਮਰਦਾ ਹੈ, ਕੀੜੀ ਆਤਮਾ ਹੈ, ਉਹ ਨਹੀਂ ਮਰਦੀ। ਜਿਸ ਮਨ ਬਾਜੀ ਜਿਹੜੀ ਕੀੜੀ ਹੈ ਬਹੁਤ ਨੀਵਾਂ ਹੋ ਗਿਆ, ਫਿਰ ਪਰਮੇਸ਼ਰ ਨਹੀਂ ਵਿਚ ਸਕਦਾ। ਉਹ ਤਾਂ ਨਦੀ ਵਾਂਗ ਮਿਲ ਗਈ, ਉਸ ਦੀ ਮੌਤ ਹੈ ਹੀ ਨਹੀਂ, ਤੇ ਨਾ ਅੱਗੇ ਨੂੰ ਕੋਈ ਜਨਮ ਹੈ। ਸੁਲਤਾਨ ਨੂੰ ਹੀ ਸੱਚਖੰਡ ਨਹੀਂ ਜਾਣ ਦੇਣਾ। ਜਿਹੜਾ ਸੁਲਤਾਨ ਹੈ ਉਸ ਨੂੰ ਸੱਚਖੰਡ ਨਹੀਂ ਜਾਣ ਦੇਣਾ ਕਿਸੇ ਨੇ। ਕੀੜੀ ਤਾਂ ਇੱਥੇ ਹੀ ਹੈ ਹੀ ਉੱਥੇ, ਪਰ ਜੇ ਉਸੇ ਅਵਸਥਾ ਵਿੱਚ ਜੁੜੀ ਰਹਿੰਦੀ। ਪਾਤਸ਼ਾਹ ਕਹਿੰਦੇ ਸਮੁੰਦ ਸਾਹ ਸੁਲਤਾਨ, ਗਿਰਹਾ ਸੇਤੀ ਮਾਲ ਧਨ, ਕਿ ਜੇ ਤੁਸੀਂ ਸਮੁੰਦਰ ਤੇ ਰਾਜ ਕਰ ਲਓ ਤੇ ਸਮੁੰਦਰ ਤੇ ਰਾਜ ਹੋ ਗਿਆ ਤੇ ਸਾਰੀ ਸ੍ਰਿਸ਼ਟੀ ਤੇ ਹੋ ਹੀ ਜਾਣਾ। ਸਮੁੰਦਰ ਹੈ ਸਾਡਾ ਹਿਰਦਾ, ਜੇ ਅਸੀਂ ਹਿਰਦੇ 'ਚ ਚਲੇ ਗਏ ਤੇ ਸਾਰਿਆਂ ਤੇ ਰਾਜ ਹੈ। ਜੇ ਬਾਹਰਲੀ ਕੱਲੀ ਧਰਤੀਆਂ ਤੇ ਰਾਜ ਪੈਦਾ ਕਰਨਾ ਸ਼ੁਰੂ ਕਰ ਲਿਆ, ਵੀ ਇਸ ਧਰਤੀ ਤੇ ਮੇਰਾ, ਉਸ ਧਰਤੀ ਤੇ ਮੇਰਾ, ਤੇ ਧਰਤੀਆਂ ਤੇ ਰਾਜ ਤਾਂ ਸਦਾ ਨਹੀਂ ਰਹਿੰਦਾ। ਪਾਣੀ ਤੋਂ ਬਿਨਾਂ ਕੋਈ ਰਹਿ ਨਹੀਂ ਸਕਦਾ, ਹੋਰ ਚੀਜ਼ਾਂ ਬਿਨਾਂ ਰਿਹਾ ਜਾਂਦਾ ਹੈ, ਇਹ ਜ਼ਰੂਰੀ ਹੈ। ਇਸੇ ਤਰ੍ਹਾਂ ਗਿਆਨ ਤੋਂ ਬਿਨਾਂ ਰਿਹਾ ਨਹੀਂ ਜਾ ਸਕਦਾ, ਗਿਆਨ ਬਹੁਤ ਜ਼ਰੂਰੀ ਹੈ। ਜੇ ਮਾਇਆ 'ਚ ਤਰੱਕੀ ਕਰਨੀ ਹੈ ਤਾਂ ਵੀ ਗਿਆਨ ਦੀ ਲੋੜ ਹੈ, ਜੇ ਪਰਮਾਰਥ 'ਚ ਤਰੱਕੀ ਕਰਨੀ ਹੈ ਤਾਂ ਵੀ ਗਿਆਨ ਦੀ ਲੋੜ ਹੈ। ਤੇ ਜੇ ਬ੍ਰਹਮ ਗਿਆਨ ਹੈ ਤਾਂ ਸ਼ਾਹ ਸੁਲਤਾਨ ਹੈ, ਤੇ ਜੇ ਮਾਇਆ ਦਾ ਗਿਆਨ ਹੈ ਤਾਂ ਕੱਲਾ ਸੁਲਤਾਨ ਹੈ, ਫਿਰ ਸ਼ਾਹ ਨਹੀਂ ਹੈ। ਕਿਉਂਕਿ ਬ੍ਰਹਮ ਗਿਆਨੀ ਹੈ ਜਿਹੜਾ, ਉਹ ਸਾਰੀ ਸ੍ਰਿਸ਼ਟੀ ਤੇ ਰਾਜ ਕਰਦਾ, ਪਰਮੇਸ਼ਰ ਦੇ ਨਾਲ ਇੱਕ ਹੈ।
ਤੇ ਜਿਹੜਾ ਮਾਇਆਧਾਰੀ ਹੈ ਉਹ ਮਾਇਆ 'ਚ ਹੀ। ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ। ਗਿਰਹਾ ਵੱਡੇ ਵੱਡੇ ਜਿਹੜੇ ਗਿਆਨੀ ਨੇ, ਕਹਿੰਦੇ ਕਹਾਉਂਦੇ ਆਪਣੇ ਆਪ ਨੂੰ ਵਿਦਿਆ ਮਾਰਤੰਡ, ਰਾਜ ਜੋਗੀ, वेदांती, फिलोसफर, कथागर, दार्शनायक, ये सब गिरहा ने। इन्हां दे उपर भी उस पुरख का राज हुंदा है। पंडित सूर छत्रपत राजा भगत बराबर और ना कोई। सब तो श्रेष्ठ है भगत, क्योंकि भगत कोल की है? ब्रह्म की सोची है, अपने आपे नूं जाने। बाकियां ने सब ने संसार नूं जाने, किरत नूं जाने, करते नूं नहीं जाने। भगत ने किरत नहीं जानी, करता जाने। गिरहा सेती माल धन, उहदे कोल सारे नालों श्रेष्ठ माल धन है, नाम धन है। कीड़ी तुल ना होवनी जे तिस मनो ना बिसरे। संसार दे अंदर ਉਹਨੂੰ ਭਾਵੇਂ ਸਭ ਤੋਂ ਨੀਵਾਂ ਮੰਨਿਆ ਜਾਂਦਾ ਹੋਵੇ, ਪਰ ਜੇ ਉਹਦੇ ਅੰਦਰ ਹੁਕਮ ਚੱਲਦਾ, ਉਹਨੂੰ ਨਾਮ ਨਹੀਂ ਵਿਸਰਿਆ ਹੋਇਆ, ਤਾਂ ਨੀਚੋਂ ਊਚ ਕਰੇ ਮੇਰਾ ਗੋਬਿੰਦ। ਉਹ ਸੰਸਾਰ ਦੀ ਦ੍ਰਿਸ਼ਟੀ ਤੋਂ ਕੀੜੀ ਹੋ ਰਹਿੰਦਾ, ਨੀਵਾਂ ਹੀ ਰਹਿੰਦਾ, ਪਰ ਸੱਚਖੰਡ ਦੀ ਦ੍ਰਿਸ਼ਟੀ ਦੇ ਉੱਪਰ ਸਭ ਤੋਂ ਸ੍ਰੇਸ਼ਟ ਹੈ। ਉਸ ਭਗਤ ਦੇ ਬਰਾਬਰ ਬਿਲਕੁਲ ਵੀ ਨਹੀਂ ਆ, ਕੀੜੀ ਦੇ ਬਰਾਬਰ ਵੀ ਨਹੀਂ ਆ ਭਗਤ ਦੇ। ਸੰਸਾਰ ਦਾ ਭਾਵੇਂ ਸਾਰਿਆਂ ਨਾਲੋਂ ਵੱਧ ਗਿਆਨ ਹੋਵੇ ਉਹਦੇ ਕੋਲ, ਪਰ ਭਗਤ ਦੀ ਦ੍ਰਿਸ਼ਟੀ ਤੋਂ ਇੱਕ ਕੀੜੀ ਦੀ ਤਰ੍ਹਾਂ ਹੀ ਹੈ, ਕਿਉਂਕਿ ਭਗਤ ਨੂੰ ਪਤਾ ਵੀ ਇਹਨੂੰ ਅਸਲੀ ਸੱਚ ਦਾ ਵਿਸਰਿਆ ਹੋਇਆ। ਵਿਸਰਿਆ ਜਿਨੀ ਨਾਮ ਸੇ ਭੋਏ ਭਾਰਥੀਏ, ਕਹਿੰਦੇ ਉਹਨਾਂ ਦੇ ਹਿਰਦੇ ਦੇ ਉੱਪਰ, ਭੋਏ ਉਹਦਾ ਹਿਰਦਾ, ਉਹਦੇ ਤੇ ਭਾਰ ਹੈ, ਕਿਉਂਕਿ ਉਹਨਾਂ ਨੂੰ ਨਾਮ ਵਿਸਰਿਆ ਹੋਇਆ, ਸੱਚ ਵਿਸਰਿਆ ਹੋਇਆ। ਭਾਰ ਕਹਿੰਦਾ ਹਉਮੈ ਮੋਹ ਪਰਮ ਪੈ ਭਾਰ, ਉਹਦਾ ਭਾਰ ਹੇਠ ਦੱਬੀ ਪਈ ਆ ਉਹਨਾਂ ਦੀ ਬੁੱਧੀ। ਪਰ ਜਿਹਨੂੰ ਨਾਮ ਨਹੀਂ ਵਿਸਰਦਾ, ਉਹ ਉਹਦਾ ਹੀ ਸਰੂਪ ਬਣ ਜਾਂਦਾ। ਉਹਦੇ ਕੋਲ ਸਾਰੇ ਗੁਣ ਹੀ ਪੂਰੇ ਆ ਜਾਂਦੇ। ਉਹ ਸੱਚਖੰਡ ਦੀ ਦ੍ਰਿਸ਼ਟੀ ਤੋਂ ਪਾਤਸ਼ਾਹ ਹੈ, ਪਾਤਸ਼ਾਹੀ ਹੈ। ਪਾਤਸ਼ਾਹ ਸੱਚਖੰਡ ਹੈ, ਸੱਚਖੰਡ ਉਹਨੂੰ ਪਾਤਸ਼ਾਹੀ ਬਖਸ਼ਦਾ ਹੈ। ਨਾਨਕ ਪਾਤਸ਼ਾਹੀ ਪਾਤਸ਼ਾਹ, ਪਾਤਸ਼ਾਹ ਨੇ ਨਾਨਕ ਜੀ ਨੂੰ ਪਾਤਸ਼ਾਹੀ ਦਿੱਤੀ ਕਿ ਮੇਰੀ ਗੱਲ ਕਰਨ ਦਾ ਤੈਨੂੰ ਅਧਿਕਾਰ ਹੈ, ਤੂੰ ਮੇਰੀ ਗੱਲ ਬੇਖੌਫ ਹੋ ਕੇ ਕਰ ਸਕਦਾ। ਔਰ ਪਾਤਸ਼ਾਹ ਨੇ ਆ ਕੇ ਕੀਤੀ, ਔਰ ਸਾਨੂੰ ਵੀ ਬੇਨਤੀ ਕੀਤੀ, ਉਪਦੇਸ਼ ਦਿੱਤਾ ਕਿ ਤੁਸੀਂ ਵੀ ਪਾਤਸ਼ਾਹ ਦੀ ਸਿਫਤ ਕਰੋ। ਆਪਣੇ ਮੂਲ ਨਾਲ ਜੋੜੋ, ਹੁਕਮ ਨੂੰ ਬੁੱਝੋ, ਫਿਰ ਤੁਸੀਂ ਸੱਚਖੰਡ ਦੇ ਵਾਸੀ ਹੋ। ਸੋ ਕੀੜੀ ਤੁਲ ਨਾ ਹੋਵਨੀ ਜੇ ਤਿਸ ਮਨੋ ਨਾ ਵਿਸਰੈ। ਸੋ ਇੰਨੀ ਨਿਮਰਤਾ ਆ ਜਾਂਦੀ ਹੈ ਉਹਦੇ, ਉਹ ਕੀੜੀ ਨੂੰ ਵੀ ਸੰਸਾਰ ਦੇ ਵਿੱਚ ਆਪਣੇ ਨੂੰ ਵੱਡੀ ਮੰਨਣ ਲੱਗ ਜਾਂਦਾ, ਕਿਉਂਕਿ ਕੀੜੀ ਦੇ ਅੰਦਰ ਵੀ ਆਤਮਾ ਹੈ, ਕੀੜੀ ਵੀ ਹੁਕਮ 'ਚ ਚੱਲਦੀ ਹੈ। ਉਹ ਆਪਣੇ ਆਪ ਨੂੰ ਫਿਰ ਵੀ ਨੀਵਾਂ ਰੱਖਦਾ ਵੀ ਕੀੜੀ ਵੀ ਤਾਂ ਹੁਕਮ 'ਚ ਚੱਲੇ, ਕਿਤੇ ਮੈਂ ਹੁਕਮ 'ਚੋਂ ਬਾਹਰ ਨਾ ਹੋਵਾਂ, ਕਿਉਂਕਿ ਮੇਰੇ ਕੋਲ ਬੁੱਧੀ ਹੈ। ਕਿਤੇ ਮੇਰੀ ਆਪਣੀ ਸਿਆਣਪ ਵਿੱਚ ਮਾੜੀ ਮੋਟੀ ਰਲ ਗਈ ਤਾਂ ਮੈਂ ਤਾਂ ਕੀੜੀ ਬਰਾਬਰ ਵੀ ਨਹੀਂ ਰਹਿਣਾ, ਮੇਰੇ ਨਾਲ ਕੀੜੀ ਵੀ ਚੰਗੀ ਗਿਣੀ ਜਾਊਗੀ, ਕਿਉਂਕਿ ਕੀੜੀ ਹੁਕਮ 'ਚ ਚੱਲ ਰਹੀ ਹੈ। ਕਿੰਨਾ ਨੀਵਾਂ ਲੈ ਜਾਂਦਾ ਗੁਰਮੁਖ ਆਪਣੇ ਆਪ ਨੂੰ, ਇੰਨਾ ਨੀਵਾਂ ਚਲੇ ਜਾਂਦਾ ਹੈ ਸੰਸਾਰ ਦੇ ਅੰਦਰ
ਪਰ ਉਨਾ ਹੀ ਪਰਮੇਸ਼ਰ ਚੱਕ ਕੇ ਨੂੰ ਉੱਚਾ ਕਰ ਦਿੰਦਾ ਹੈ। ਉੱਚੇ ਤੇ ਉੱਚਾ ਭਗਵੰਤ। ਕਿਉਂਕਿ ਭਗਤ ਨੂੰ ਕਦੇ ਵੀ ਹੁਕਮ ਨਹੀਂ ਵਿਸਰਦਾ, ਨਾਮ ਨਹੀਂ ਵਿਸਰਦਾ, ਉਹਦਾ ਭਾਣਾ ਨਹੀਂ ਵਿਸਰਦਾ। ਉਹ ਆਪਣੇ ਜੀਵਨ ਨੂੰ ਉਹਦੇ ਹੁਕਮ ਦੇ ਵਿੱਚ, ਉਹਦੇ ਭਾਣੇ ਵਿੱਚ ਰਹਿ ਕੇ ਬਤੀਤ ਕਰਦਾ ਹੈ। ਸੋ ਇੱਥੋਂ ਤੱਕ ਕਿ ਅੱਜ ਦੀ ਵਿਚਾਰ ਸੀ ਜੋ ਗੁਰ ਕਿਰਪਾ ਦੁਆਰਾ ਕੀਤੀ ਗਈ ਹੈ। ਅਗਲੀ ਵਿਚਾਰ ਜੇ ਗੁਰ ਨੇ ਚਾਹਿਆ ਫਿਰ ਕੀਤੀ ਜਾਵੇਗੀ। ਹੋਈਆਂ ਬੇਅੰਤ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ